ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀਵਨ ਗੁਰੂ ਅਮਰਦਾਸ ਜੀ ਦਾ ਜਨਮ 5 ਮਈ 1479 ਨੂੰ ਪਿੰਡ ਬਸਾਰ ਕੇ, ਅੰਮ੍ਰਿਤਸਰ ਵਿੱਚ ਹੋਇਆ। ਉਹਨਾਂ ਦੇ ਪਿਤਾ ਜੀ ਦਾ ਨਾਂ ਸ੍ਰੀ ਤੇਜ਼ਭਾਨ ਤੇ ਮਾਤਾ ਜੀ ਦਾ ਨਾਂ ਮਾਤਾ ਲਖਮੀ ਸੀ। ਉਹ ਆਪਣੇ ਮਾਂ-ਪਿਓ ਦੇ ਸਭ ਤੋਂ ਵੱਡੇ ਸਪੁੱਤਰ ਸਨ। ਉਹਨਾਂ ਦੇ ਹੋਰ 3 ਭਰਾ ਸਨ, ਬਾਬਾ ਈਸ਼ਰਦਾਸ, ਬਾਬਾ ਖੇਮ ਰਾਏ ਅਤੇ ਬਾਬਾ ਮਾਨਕ ਚੰਦ। ਭਾਈ ਗੁਰਦਾਸ ਜੀ ਬਾਬਾ ਈਸ਼ਰਦਾਸ ਦੇ ਸਪੁੱਤਰ ਸਨ। ਬਾਬਾ ਸਾਵਨ ਮਲ ਜਿਨ੍ਹਾਂ ਨੇ ਗੋਇੰਦਵਾਲ ਵਸਾਉਣ ਵਿੱਚ ਲੱਕੜ ਦੀ ਮਦਦ ਕੀਤੀ ਸੀ, ਉਹ ਬਾਬਾ ਖੇਮ ਰਾਏ ਦੇ ਸਪੁੱਤਰ ਸਨ। ਭਾਈ ਜੱਸੂ ਜਿਨ੍ਹਾਂ ਦਾ ਵਿਆਹ ਗੁਰੂ ਅੰਗਦ ਦੇਵ ਜੀ ਦੀ ਸਪੁੱਤਰੀ ਬੀਬੀ ਅਮਰੋ ਨਾਲ ਹੋਇਆ ਸੀ, ਉਹ ਬਾਬਾ ਮਾਨਕ ਚੰਦ ਦੇ ਸਪੁੱਤਰ ਸਨ। ਸ੍ਰੀ ਤੇਜ਼ਭਾਨ ਦੰਪਤੀ ਵੈਸ਼ਨੋ ਧਰਮ ਦੇ ਅਨੁਯਾਈ ਸਨ। ਉਹਨਾਂ ਦਾ ਜੀਵਨ ਬੜਾ ਉੱਚਾ ਤੇ ਵਿਹਾਰ ਬੜਾ ਮਿੱਠਾ ਸੀ। ਸ਼੍ਰੀ ਚੰਦ ਦੁਕਾਨਦਾਰੀ ਤੇ ਖੇਤੀ 2 ਤਰ੍ਹਾਂ ਦਾ ਵਿਹਾਰ ਕਰਦੇ ਸਨ। ਵਰਤ ਵਿਹਾਰ ਦੇ ਖਰੇ ਅਤੇ ਬੋਲ ਦੇ ਮਿੱਠੇ ਹੋਣ ਕਰਕੇ ਬਰਾਦਰੀ ਅਤੇ ਪਿੰਡ ਵਿੱਚ ਉਹਨਾਂ ਦਾ ਬੜਾ ਮਾਣ ਆਦਰ ਸੀ। ਘਰ ਵਿੱਚ ਪੂਰਨ ਧਾਰਮਿਕ ਵਾਤਾਵਰਣ ਸੀ। ਪੂਜਾ ਪਾਠ, ਆਏ ਗਏ ਸਾਧ ਸੰਤਾਂ ਦੀ ਸੇਵਾ, ਦਾਨ ਪੁੰਨ ਆਦਿ ਨਿਤ ਕਰਮ ਵਿੱਚ ਸ਼ਾਮਲ ਸੀ। ਅਮਰਦਾਸ ਜੀ ਉੱਤੇ ਇਸ ਵਾਤਾਵਰਣ ਦਾ ਅਸਰ ਹੋਇਆ। ਉਹ ਵੀ ਧਾਰਮਿਕ ਰੰਗ ਵਿੱਚ ਰੰਗ ਗਏ। ਗੁਰੂ ਅਮਰਦਾਸ ਜੀ ਕੱਦ ਵਿੱਚ ਛੋਟੇ, ਲੇਕਿਨ ਚੁਸਤ ਤੇ ਮਜ਼ਬੂਤ ਸਰੀਰ ਦੇ ਸਨ। ਉਹ ਬਚਪਨ ਤੋਂ ਹੀ ਕਸਰਤ ਕਰਦੇ ਸਨ। ਹਿੰਦੂ ਧਰਮ ਦੇ ਸਾਰੇ ਦੇਵੀ ਦੇਵਤੇ ਨੂੰ ਮੰਨਣ ਵਾਲੇ, ਸਾਧ ਸੰਤਾਂ ਨੂੰ ਪੂਜਣ, ਦਾਨ ਪੁੰਨ ਕਰਨ ਵਾਲੇ ਤੇ ਹਿੰਦੂ ਤੀਰਥ ਸਥਲਾਂ ਤੇ ਅਕਸਰ ਜਾਇਆ ਕਰਦੇ ਸਨ। ਜਦ ਉਹ ਜਵਾਨ ਹੋਏ ਤਾਂ ਸ੍ਰੀ ਚੰਦ ਜੀ ਨੇ ਉਹਨਾਂ ਨੂੰ ਸਾਰੇ ਕੰਮ ਵਿਹਾਰ ਦੀ ਜ਼ਿੰਮੇਵਾਰੀ ਦੇ ਦਿੱਤੀ ਅਤੇ ਖੁਦ ਵਿਸ਼ਨੂੰ ਭਗਵਾਨ ਦੀ ਭਗਤੀ ਵਿੱਚ ਲੱਗ ਗਏ। ਜਦ ਗੁਰੂ ਅਮਰਦਾਸ ਜੀ 28 ਵਰ੍ਹਿਆਂ ਦੇ ਹੋਏ ਤਾਂ ਉਹਨਾਂ ਦਾ ਵਿਆਹ ਸ੍ਰੀ ਦੇਵੀ ਚੰਦ ਜੀ ਅਤੇ ਬੀਬੀ ਮੋਰੀ ਜੀ ਦੀ ਪੁੱਤਰੀ ਬੀਬੀ ਰਾਮ ਨਾਲ ਹੋਇਆ। ਆਪ ਜੀ ਦੇ ਘਰ 4 ਸੰਤਾਨਾਂ ਹੋਈਆਂ। 2 ਪੁੱਤਰ ਮੋਹਨ ਜੀ ਅਤੇ ਮੋਰੀ ਜੀ ਅਤੇ 2 ਪੁੱਤਰੀਆਂ ਬੀਬੀ ਭਾਨੀ ਜੀ ਅਤੇ ਬੀਬੀ ਦਾਨੀ ਜੀ। ਜਦ ਆਪ 50 ਵਰ੍ਹਿਆਂ ਦੇ ਹੋਏ ਤਾਂ ਆਪ ਨੇ ਤੀਰਥਾਂ ਤੇ ਜਾਣ ਦਾ ਸੋਚਿਆ। ਇੱਕ ਵਾਰੀ ਆਪ ਹਰਿਦਵਾਰ ਵਿੱਚ ਗੰਗਾ ਇਸ਼ਨਾਨ ਤੋਂ ਬਾਅਦ ਵਾਪਸ ਆ ਰਹੇ ਸੀ। ਉਹਨਾਂ ਨੂੰ ਇੱਕ ਬ੍ਰਾਹਮਣ ਦੁਰਗਾ ਨਾਂ ਦਾ ਮਿਲਿਆ। ਜਦ ਉਹ ਇੱਕ ਦਰਖਤ ਥੱਲੇ ਆਰਾਮ ਕਰ ਰਹੇ ਸਨ, ਤਾਂ ਉਸ ਬ੍ਰਾਹਮਣ ਨੇ ਗੁਰੂ ਜੀ ਦੇ ਪੈਰ ਤੇ ਇੱਕ ਕਮਲ ਦਾ ਨਿਸ਼ਾਨ ਵੇਖਿਆ ਤੇ ਸੋਚਿਆ ਕਿ ਗੁਰੂ ਜੀ ਇੱਕ ਆਮ ਇਨਸਾਨ ਨਹੀਂ ਹਨ। ਗੁਰੂ ਮਿਲਾਪ ਬਾਬਾ ਅਮਰਦਾਸ ਜੀ ਨੂੰ ਹਰਿਦਵਾਰ ਤੋਂ ਵਾਪਸੀ ਵਿੱਚ ਇੱਕ ਦੁਰਗਾ ਨਾਮ ਦਾ ਬ੍ਰਾਹਮਣ ਮਿਲਿਆ। ਬਾਬਾ ਜੀ ਨੇ ਉਸ ਬ੍ਰਾਹਮਣ ਨੂੰ ਆਪਣੇ ਘਰ ਬਸਾਰ ਕੇ ਚੱਲਣ ਨੂੰ ਕਿਹਾ। ਰਸਤੇ ਵਿੱਚ ਜਦ ਉਹ ਆਰਾਮ ਕਰ ਰਹੇ ਸਨ, ਤੇ ਬ੍ਰਾਹਮਣ ਨੇ ਬਾਬਾ ਅਮਰਦਾਸ ਜੀ ਦੇ ਪੈਰ ਤੇ ਇੱਕ ਕਮਲ ਦਾ ਨਿਸ਼ਾਨ ਵੇਖਿਆ ਤੇ ਉਹਨਾਂ ਨੂੰ ਇੱਕ ਆਮ ਇਨਸਾਨ ਨਾ ਜਾਣ ਕੇ ਬਾਬਾ ਜੀ ਨਾਲ ਉਹਨਾਂ ਦੇ ਘਰ ਆਉਣ ਨੂੰ ਰਾਜ਼ੀ ਹੋ ਗਿਆ। ਬ੍ਰਾਹਮਣ ਦੇ ਘਰ ਪਹੁੰਚਣ ਤੇ ਗੁਰੂ ਜੀ ਨੇ ਉਸ ਦੀ ਬਹੁਤ ਟਹਿਲ ਸੇਵਾ ਕੀਤੀ। ਬ੍ਰਾਹਮਣ ਦਾ ਨੇਮ ਸੀ ਕਿ ਆਪ ਭੋਜਨ ਪਕਾ ਕੇ ਖਾਦਾ ਸੀ। ਇੱਕ ਦਿਨ ਉਸਨੇ ਬਾਬਾ ਜੀ ਤੋਂ ਪੁੱਛਿਆ, ਤੁਹਾਡਾ ਗੁਰੂ ਕੌਣ ਹੈ? ਉਸਨੇ ਕੀ ਗੁਰ ਮੰਤਰ ਆਪ ਨੂੰ ਦਿੱਤਾ ਹੈ? ਬਾਬਾ ਅਮਰਦਾਸ ਜੀ ਸਹਿਜ ਭਾਵ ਨਾਲ ਬੋਲੇ, ਅਸੀਂ ਅਜੇ ਤੱਕ ਤਾਂ ਕੋਈ ਗੁਰੂ ਧਾਰਨ ਨਹੀਂ ਕੀਤਾ, ਕਿਸੇ ਪੂਰਨ ਗੁਰੂ ਦੀ ਭਾਲ ਵਿੱਚ ਹਾਂ। ਇਹ ਸੁਣਦੇ ਹੀ ਬ੍ਰਾਹਮਣ ਇੱਕਦਮ ਭੜਕ ਉੱਠਿਆ। ਕਹਿਣ ਲੱਗਾ, ਤੁਸੀਂ ਬੜਾ ਅਨਰਥ ਕੀਤਾ ਹੈ। ਨਿਗੁਰੇ ਦਾ ਤਾਂ ਪਰਛਾਵਾ ਵੀ ਮੰਦਾ ਹੁੰਦਾ ਹੈ, ਤੇ ਮੈਂ ਤੁਹਾਡੇ ਘਰ ਭੋਜਨ ਕਰਦਾ ਰਿਹਾ। ਮੇਰੇ ਤਾਂ ਸਾਰੇ ਨੇਮ, ਵਰਤ, ਤਪ, ਇਸ਼ਨਾਨ ਅਕਾਰਤ ਚਲੇ ਗਏ। ਮੈਨੂੰ ਤਾਂ ਭਾਰੀ ਪਛਤਾਤਾਪ ਕਰਨਾ ਪਵੇਗਾ, ਇਹ ਪਾਪ ਧੋਣਾ ਪਵੇਗਾ। ਇਹ ਕਹਿ ਕੇ ਬ੍ਰਾਹਮਣ ਉੱਥੋਂ ਚਲਾ ਗਿਆ। ਬਾਬਾ ਅਮਰਦਾਸ ਜੀ ਦਾ ਦਿਲ ਬੜਾ ਬੇਚੈਨ ਹੋਇਆ। ਮਨ ਵਿੱਚ ਉਦਾਸੀ ਛਾ ਗਈ। ਨਿਗੁਰੇ ਹੋਣ ਦਾ ਅਹਿਸਾਸ ਆਤਮਾ ਨੂੰ ਖੋਰਨ ਲੱਗਾ। ਇੱਕ ਦਿਨ ਆਪ ਦੇ ਕੰਨੀ ਇੱਕ ਮਿੱਠੀ ਆਵਾਜ਼ ਪਈ। ਜਦ ਉਹਨਾਂ ਨੇ ਵੇਖਿਆ, ਇਹ ਬੀਬੀ ਅਮਰੋ ਦੀ ਆਵਾਜ਼ ਸੀ, ਜੋ ਉਹਨਾਂ ਦੇ ਭਰਾ ਦੀ ਨੂੰਹ ਸੀ। ਉਹ ਬੜੀ ਮਿੱਠੀ ਆਵਾਜ਼ ਵਿੱਚ ਸ਼ਬਦ ਬੋਲ ਰਹੀ ਸੀ। ਇਹ ਸ਼ਬਦ ਸੁਣ ਕੇ ਬਾਬਾ ਜੀ ਨੇ ਬੀਬੀ ਅਮਰੋ ਤੋਂ ਪੁੱਛਿਆ, ਇਹ ਬਾਣੀ ਬੜੀ ਮਿੱਠੀ ਹੈ ਤੇ ਇਹ ਸ਼ਬਦ ਕਿਸ ਮਹਾਪੁਰਸ਼ ਦੇ ਹਨ? ਬੀਬੀ ਅਮਰੋ ਨੇ ਕਿਹਾ, ਇਹ ਗੁਰੂ ਨਾਨਕ ਦੇਵ ਜੀ ਦੀ ਬਾਣੀ ਹੈ, ਜੋ ਇਸ ਵੇਲੇ ਸੱਚਖੰਡ ਵਿੱਚ ਵਾਸ ਕਰਦੇ ਹਨ, ਤੇ ਉਹਨਾਂ ਦੀ ਗੱਦੀ ਤੇ ਮੇਰੇ ਪਿਤਾ ਜੀ ਗੁਰੂ ਅੰਗਦ ਦੇਵ ਜੀ ਬਿਰਾਜਮਾਨ ਹਨ। ਉਹ ਖਡੂਰ ਸਾਹਿਬ ਰਹਿੰਦੇ ਹਨ।
ਇਹ ਜਾਣ ਕੇ ਬਾਬਾ ਅਮਰਦਾਸ ਜੀ ਨੇ ਗੁਰੂ ਅੰਗਦ ਦੇਵ ਜੀ ਦੇ ਦਰਸ਼ਨ ਕਰਨ ਦਾ ਨਿਸ਼ਚਾ ਕਰ ਲਿਆ। ਉਹਨਾਂ ਨੂੰ ਆਸ ਹੋ ਗਈ ਕਿ ਉਹਨਾਂ ਨੂੰ ਪੂਰਨ ਗੁਰੂ ਮਿਲ ਗਿਆ ਹੈ ਅਤੇ ਹੁਣ ਮੇਰਾ ਭਟਕਣਾ ਬੰਦ ਹੋ ਜਾਏਗਾ। ਜਿਸ ਗੁਰੂ ਲਈ ਉਹ ਭਟਕ ਰਹੇ ਹਨ ਉਹ ਗੁਰੂ ਅੰਗਦ ਦੇਵ ਜੀ ਹੀ ਹਨ। ਸੱਚੇ ਪਾਤਸ਼ਾਹ ਬਣੇ। ਖਡੂਰ ਸਾਹਿਬ ਕੁਝ ਦਿਨ ਠਹਿਰਨ, ਬਾਣੀ ਅਤੇ ਕੀਰਤਨ ਸੁਣ ਕੇ ਇਤਨੇ ਪ੍ਰਭਾਵਿਤ ਹੋਏ ਕਿ ਉਹਨਾਂ ਨੇ ਪੱਕਾ ਮਨ ਬਣਾ ਲਿਆ ਕਿ ਉਹ ਖਡੂਰ ਸਾਹਿਬ ਹੀ ਠਹਿਰਨਗੇ। ਕੁਝ ਦਿਨ ਲੰਗਰ ਦੀ ਸੇਵਾ ਕਰਨ ਤੋਂ ਬਾਅਦ ਉਹ ਗੁਰੂ ਅੰਗਦ ਦੇਵ ਜੀ ਦੇ ਨਿੱਜੀ ਸੇਵਕ ਬਣ ਗਏ ਅਤੇ ਹਰ ਵੇਲੇ ਉਹਨਾਂ ਦੀ ਸੇਵਾ ਕਰਨ ਲਈ ਤਤਪਰ ਰਹਿੰਦੇ। ਉਹਨਾਂ ਨੇ ਇਹ ਨਿਤਨੇਮ ਬਣਾ ਲਿਆ ਕਿ ਸਵੇਰੇ 3 ਵਜੇ ਉੱਠ ਕੇ ਬਿਆਸ ਦਰਿਆ ਤੇ ਜਾਂਦੇ ਅਤੇ ਪਾਣੀ ਦੀ ਗਾਗਰ ਭਰ ਕੇ ਲਿਆ ਕੇ ਗੁਰੂ ਅੰਗਦ ਦੇਵ ਜੀ ਨੂੰ ਇਸ਼ਨਾਨ ਕਰਵਾਉਂਦੇ। ਫਿਰ ਉਹ ਲੰਗਰ ਦੀ ਸੇਵਾ ਵਿੱਚ ਰੁੱਝ ਜਾਂਦੇ, ਕੁਝ ਸਮਾਂ ਪੜ੍ਹਾਈ ਕਰਦੇ ਅਤੇ ਫਿਰ ਸੇਵਾ ਵਿੱਚ ਲੱਗ ਜਾਂਦੇ। ਗੁਰਬਾਣੀ ਤਾਂ ਉਹ ਸੁੱਤੇ ਜਾਗਦੇ ਵੀ ਪੜ੍ਹਦੇ ਰਹਿੰਦੇ ਸਨ। ਅੰਤ ਵਿੱਚ ਉਹਨਾਂ ਦੀ ਸੇਵਾ ਪ੍ਰਵਾਨ ਹੋਈ ਅਤੇ ਗੁਰੂ ਅੰਗਦ ਦੇਵ ਜੀ ਨੇ ਇਹ ਮਨ ਬਣਾ ਲਿਆ ਕਿ ਗੁਰੂ ਗੱਦੀ ਦੀ ਜ਼ਿੰਮੇਵਾਰੀ ਗੁਰੂ ਅਮਰਦਾਸ ਨੂੰ ਸੌਂਪੀ ਜਾਵੇ। ਉਹਨਾਂ ਬਾਬਾ ਬੁੱਢਾ ਜੀ ਨੂੰ ਬੁਲਾਇਆ ਤੇ ਉਹਨਾਂ ਨੂੰ ਗਾਗਰ ਪਾਣੀ ਦੀ ਭਰ ਕੇ ਲਿਆਉਣ ਲਈ ਕਿਹਾ। ਗੁਰੂ ਅੰਗਦ ਦੇਵ ਜੀ ਨੇ ਆਪ ਹੱਥੀਂ ਇਸ਼ਨਾਨ ਕਰਵਾ ਕੇ ਗੁਰੂ ਅਮਰਦਾਸ ਜੀ ਨੂੰ ਗੁਰਗੱਦੀ ਉੱਤੇ ਬਿਠਾ ਦਿੱਤਾ ਤੇ ਉਹਨਾਂ ਦੁਆਲੇ 3 ਪਰਿਕਰਮਾ ਕਰਕੇ ਮੱਥਾ ਟੇਕਿਆ ਅਤੇ ਬਾਬਾ ਬੁੱਢਾ ਜੀ ਨੇ ਤਿਲਕ ਲਗਾਉਣ ਦੀ ਰਸਮ ਅਦਾ ਕੀਤੀ। ਫਿਰ ਸਾਰੀ ਸੰਗਤ ਨੇ ਫਿਰ ਬਾਬਾ ਅਮਰਦਾਸ ਜੀ ਅੱਗੇ ਸਿਰ ਨਿਵਾਇਆ। ਗੋਇੰਦਵਾਲ ਦੀ ਉਸਾਰੀ। ਗੋਇੰਦੇ ਨਾਮ ਦਾ ਇੱਕ ਵਪਾਰੀ ਸੀ। ਉਸ ਦੀ ਜ਼ਮੀਨ ਦਰਿਆ ਬਿਆਸ ਦੇ ਲਾਗੇ ਸੀ। ਵਪਾਰੀ ਹੋਣ ਕਰਕੇ ਉਸ ਨੂੰ ਕਾਫੀ ਸਮਾਂ ਦੂਰ ਦੁਰਾਡੇ ਦੇਸ਼ਾਂ ਪਰਦੇਸ਼ਾਂ ਵਿੱਚ ਰਹਿਣਾ ਪੈਂਦਾ ਸੀ। ਇੱਕ ਵਾਰ ਜਦ ਉਹ ਬਾਹਰ ਗਿਆ ਤਾਂ ਉਸ ਦੀ ਜ਼ਮੀਨ ਉੱਤੇ ਉਸ ਦੇ ਸ਼ਰੀਕਾਂ ਨੇ ਕਬਜ਼ਾ ਕਰ ਲਿੱਤਾ। ਉਸਨੇ ਬਥੇਰੇ ਯਤਨ ਕੀਤੇ ਪਰ ਸ਼ਰੀਕਾਂ ਨੇ ਕਬਜ਼ਾ ਨਾ ਛੱਡਿਆ। ਅਖੀਰ ਉਸ ਦਿੱਲੀ ਮੁਕੱਦਮਾ ਕਰ ਦਿੱਤਾ ਅਤੇ ਸੁਖਣਾ ਸੁਖ ਲਈ ਕਿ ਜੇ ਉਹ ਮੁਕੱਦਮਾ ਜਿੱਤ ਜਾਵੇ ਤਾਂ ਉਹ ਅੱਧੀ ਜ਼ਮੀਨ ਖਡੂਰ ਸਾਹਿਬ ਵਾਲੇ ਗੁਰੂ ਜੀ ਦੇ ਨਾਂ ਕਰ ਦੇਵੇਗਾ। ਭਾਣਾ ਵਾਹਿਗੁਰੂ ਦਾ ਐਸਾ ਹੋਇਆ ਕਿ ਉਹ ਮੁਕੱਦਮਾ ਜਿੱਤ ਗਿਆ ਅਤੇ ਅੱਧੀ ਜ਼ਮੀਨ ਦਾ ਪੱਟਾ ਉਸ ਗੁਰੂ ਜੀ ਦੇ ਨਾਮ ਕਰ ਦਿੱਤਾ। ਆਪਣੀ ਜ਼ਮੀਨ ਵਿੱਚ ਫਿਰ ਉਸ ਇੱਕ ਨਗਰ ਦੀ ਉਸਾਰੀ ਕਰਨੀ ਚਾਹੀ, ਪਰ ਮੁਕੱਦਮਾ ਹਾਰਨ ਵਾਲੇ ਸ਼ਰੀਕ ਉਸ ਦੇ ਉਸਾਰੇ ਮਕਾਨ ਰਾਤੋਂ ਰਾਤ ਢਾਹ ਦਿੰਦੇ ਸਨ ਅਤੇ ਉਹਨਾਂ ਇਹ ਅਫਵਾਹ ਫੈਲਾ ਦਿੱਤੀ ਸੀ ਕਿ ਪਿੰਡ ਵਿੱਚ ਭੂਤ ਵਸਦੇ ਹਨ ਅਤੇ ਉਹ ਮਕਾਨਾਂ ਨੂੰ ਰਾਤੋਂ ਰਾਤ ਢਾਹ ਦਿੰਦੇ ਹਨ। ਗੋਇੰਦਾ ਇਸ ਕਾਰਵਾਈ ਤੋਂ ਬਹੁਤ ਦੁਖੀ ਹੋਇਆ ਤੇ ਉਹ ਗੁਰੂ ਅੰਗਦ ਦੇਵ ਜੀ ਦੇ ਦਰਬਾਰ ਵਿੱਚ ਹਾਜ਼ਰ ਹੋਇਆ। ਉਸਨੇ ਇੱਕ ਨਵੇਂ ਨਗਰ ਦੀ ਉਸਾਰੀ ਵਿੱਚ ਪੇਸ਼ ਆ ਰਹੀਆਂ ਔਕਤਾਂ ਬਾਰੇ ਬੇਨਤੀ ਕੀਤੀ। ਗੁਰੂ ਜੀ ਨੇ ਭਾਈ ਗੋਇੰਦੇ ਦੀ ਬੇਨਤੀ ਪ੍ਰਵਾਨ ਕਰ ਲਈ ਤੇ ਨਗਰ ਵਸਾਉਣ ਵਿੱਚ ਉਸ ਦੀ ਸਹਾਇਤਾ ਕਰਨ ਦਾ ਭਰੋਸਾ ਦਿਵਾਇਆ। ਉਹਨਾਂ ਨੇ ਉਸੇ ਸਮੇਂ ਬਾਬਾ ਦਾਸੂ ਨੂੰ ਬੁਲਾਇਆ ਅਤੇ ਉਸ ਨੂੰ ਆਦੇਸ਼ ਦਿੱਤਾ ਕਿ ਉਹ ਗੋਇੰਦੇ ਨਾਲ ਜਾ ਕੇ ਨਗਰ ਦੀ ਉਸਾਰੀ ਕਰਵਾਉਣ। ਪਰ ਬਾਬਾ ਦਾਸੂ ਜੀ ਨੇ ਇਹ ਗੱਲ ਕਹਿ ਕੇ ਨਾ ਕਰ ਦਿੱਤੀ ਕਿ ਐਸੀ ਜਗ੍ਹਾ ਕਿਉਂ ਭੇਜਦੇ ਹੋ ਜਿੱਥੇ ਭੂਤਾਂ ਪ੍ਰੇਤਾਂ ਦਾ ਵਾਸਾ ਹੋਵੇ, ਸਾਨੂੰ ਖਡੂਰ ਹੀ ਚੰਗਾ ਹੈ। ਜਦ ਬਾਬਾ ਦਾਤੂ ਜੀ ਨੂੰ ਬੁਲਾ ਕੇ ਭਾਈ ਗੋਇੰਦੇ ਨਾਲ ਜਾਣ ਨੂੰ ਕਿਹਾ ਗਿਆ ਤਾਂ ਉਹ ਵੀ ਟਾਲ ਮਟੋਲ ਕਰ ਗਿਆ। ਜਦ ਗੁਰੂ ਜੀ ਨੇ ਦੇਖਿਆ ਕਿ ਉਸ ਦਾ ਕੋਈ ਪੁੱਤਰ ਵੀ ਜਾਣ ਨੂੰ ਤਿਆਰ ਨਹੀਂ ਤਾਂ ਉਹਨਾਂ ਨੇ ਇਹੋ ਉਪਦੇਸ਼ ਬਾਬਾ ਅਮਰਦਾਸ ਜੀ ਨੂੰ ਕਹਿ ਸੁਣਾਇਆ। ਉਸ ਸਮੇਂ ਬਾਬਾ ਜੀ ਨੂੰ ਹਾਲੇ ਗੁਰਗੱਦੀ ਨਹੀਂ ਸੌਂਪੀ ਗਈ ਸੀ। ਬਾਬਾ ਅਮਰਦਾਸ ਜੀ ਉਸੇ ਵੇਲੇ ਜਾਣ ਲਈ ਤਿਆਰ ਹੋ ਗਏ। ਭੂਤਾਂ ਪ੍ਰੇਤਾਂ ਦਾ ਡਰ ਦੂਰ ਕਰਨ ਲਈ ਗੁਰੂ ਜੀ ਨੇ ਉਹਨਾਂ ਨੂੰ ਇੱਕ ਛੜੀ ਦਿੱਤੀ ਅਤੇ ਹਦਾਇਤ ਕੀਤੀ ਕਿ ਪੁਟਾਈ ਅਤੇ ਚੁਣਵਾਈ ਪੂਰਬ ਵਾਲੇ ਪਾਸੇ ਤੋਂ ਆਰੰਭ ਕੀਤੀ ਜਾਵੇ। ਗੁਰੂ ਜੀ ਦਾ ਉਪਦੇਸ਼ ਅਤੇ ਛੜੀ ਲੈ ਕੇ ਬਾਬਾ ਅਮਰਦਾਸ ਜੀ ਭਾਈ ਗੋਇੰਦੇ ਦੀ ਜ਼ਮੀਨ ਵਿੱਚ ਆ ਟਿਕੇ। ਉਹਨਾਂ ਪੂਰਬ ਵਾਲੇ ਪਾਸੇ ਤੋਂ ਪਿੰਡ ਦੀ ਉਸਾਰੀ ਸ਼ੁਰੂ ਕਰ ਦਿੱਤੀ। ਇਲਾਕੇ ਦੇ ਸਿੱਖ ਸੰਗਤ ਵੀ ਸਹਾਇਤਾ ਲਈ ਪਹੁੰਚ ਗਈ। ਭਾਈ ਗੋਇੰਦੇ ਦੇ ਮਜ਼ਦੂਰਾਂ ਅਤੇ ਸਾਮਾਨ ਦਾ ਪ੍ਰਬੰਧ ਕਰ ਦਿੱਤਾ। ਹਰਨੈਲੀ ਸੜਕ ਦੇ ਉੱਤੇ ਹੋਣ ਕਰਕੇ ਕਈ ਸਰਾਵਾਂ ਅਤੇ ਹਵੇਲੀਆਂ ਉਸਾਰ ਦਿੱਤੀਆਂ ਗਈਆਂ। ਗੁਰੂ ਸਾਹਿਬ ਵਾਸਤੇ ਸਤਸੰਗ ਘਰ ਅਤੇ ਰਿਹਾਇਸ਼ੀ ਮਕਾਨ ਉਸਾਰੇ ਗਏ। ਬਾਹਰ ਦੇ ਲੋਕਾਂ ਵਾਸਤੇ ਵੀ ਬਾਜ਼ਾਰ ਅਤੇ ਦੁਕਾਨਾਂ ਬਣਾ ਦਿੱਤੀਆਂ ਗਈਆਂ। ਇਸ ਤਰ੍ਹਾਂ ਕੁਝ ਸਮੇਂ ਵਿੱਚ ਗੋਇੰਦੇ ਦੀ ਜ਼ਮੀਨ ਵਿੱਚ ਇੱਕ ਸੁੰਦਰ ਸ਼ਹਿਰ ਵਸ ਗਿਆ। ਗੋਇੰਦੇ ਦੇ ਨਾਮ ਉੱਤੇ ਹੀ ਗੁਰੂ ਸਾਹਿਬ ਨੇ ਇਸ ਦਾ ਨਾਂ ਗੋਇੰਦਵਾਲ ਰੱਖਿਆ।
ਬਾਅਦ ਵਿੱਚ ਜਦ ਬਾਬਾ ਅਮਰਦਾਸ ਜੀ ਨੂੰ ਗੁਰੂ ਅੰਗਦ ਦੇਵ ਜੀ ਨੇ ਇਹ ਫੁਰਮਾਨ ਕੀਤਾ ਕਿ ਉਹ ਆਪਣੇ ਸਾਰੇ ਪਰਿਵਾਰ ਨੂੰ ਗੋਇੰਦਵਾਲ ਲੈ ਕੇ ਆਵੇ, ਤਾਂ ਬਾਬਾ ਅਮਰਦਾਸ ਜੀ ਆਪਣੇ ਸਾਰੇ ਪਰਿਵਾਰ ਸਮੇਤ ਇੱਥੇ ਵਸ ਗਏ। ਪਰ ਬਾਬਾ ਅਮਰਦਾਸ ਨੇ ਆਪਣੀ ਸੇਵਾ ਵਿੱਚ ਕੋਈ ਫਰਕ ਨਾ ਆਉਣ ਦਿੱਤਾ। ਉਹ ਗੁਰੂ ਸਾਹਿਬ ਨੂੰ ਬਿਆਸਾ ਦੇ ਜਲ ਨਾਲ ਹੀ ਇਸ਼ਨਾਨਾ ਕਰਵਾਉਂਦੇ ਰਹੇ। ਭਾਈ ਪਾਰੋ ਜੁਲਕਾ। ਗੁਰੂ ਅਮਰਦਾਸ ਜੀ ਦੇ ਕਈ ਸ਼ਰਧਾਵਾਨ ਸਿੱਖ ਹੋਏ ਹਨ। ਅਜਿਹੇ ਸਿੱਖਾਂ ਵਿੱਚ ਭਾਈ ਪਾਰੋ ਬੜਾ ਸਿੱਦਕੀ ਸਿੱਖ ਹੋਇਆ ਹੈ। ਉਹ ਪਿੰਡ ਡੱਲਾ ਜ਼ਿਲ੍ਹਾ ਕਪੂਰਥਲਾ ਦਾ ਰਹਿਣ ਵਾਲਾ ਸੀ। ਪਿੰਡ ਡੱਲੋ ਤੋਂ ਗੋਇੰਦਵਾਲ ਲਈ ਉਹ ਰੋਜ਼ ਦਰਿਆ ਬਿਆਸ ਪਾਰ ਕਰਕੇ ਗੁਰੂ ਜੀ ਦੇ ਦਰਸ਼ਨ ਕਰਨ ਜਾਂਦਾ। ਇੱਕ ਦਿਨ ਜਦ ਉਹ ਦਰਿਆ ਬਿਆਸ ਦੇ ਕੰਢੇ ਤੇ ਪਹੁੰਚਾ ਤਾਂ ਦਰਿਆ ਵਿੱਚ ਹੜ੍ਹ ਆਇਆ ਹੋਇਆ ਸੀ। ਪਾਣੀ ਬੜੀ ਭਿਆਨਕ ਰੌ ਵਿੱਚ ਚੱਲ ਰਿਹਾ ਸੀ। ਉਸ ਸਮੇਂ ਦਰਿਆ ਦੇ ਕੰਢੇ ਜਲੰਧਰ ਦਾ ਹਾਕਮ ਅਬਦੁੱਲਾ ਆਪਣੀਆਂ ਫੌਜਾਂ ਲੈ ਕੇ ਬੈਠਾ ਸੀ ਅਤੇ ਇਹੋ ਇੰਤਜ਼ਾਰ ਕਰ ਰਿਹਾ ਸੀ ਕਿ ਕਦ ਦਰਿਆ ਦਾ ਪਾਣੀ ਘਟੇ ਤਾਂ ਉਹ ਦਰਿਆ ਬਿਆਸ ਨੂੰ ਪਾਰ ਕਰਕੇ ਅੱਗੇ ਵਧੇ। ਪਰ ਉਸਨੇ ਦੇਖਿਆ ਕਿ ਭਾਈ ਪਾਰੋ ਜੁਲਕਾ ਘੋੜੇ ਤੇ ਚੜ੍ਹਿਆ ਹੋਇਆ ਆਇਆ ਤੇ ਹੜ੍ਹ ਦੀ ਪਰਵਾਹ ਨਾ ਕਰਦਾ ਹੋਇਆ ਪਾਰ ਹੋ ਗਿਆ। ਹਾਕਮ ਅਬਦੁੱਲਾ ਇਹ ਅਦਭੁਤ ਨਜ਼ਾਰਾ ਦੇਖਦਾ ਹੀ ਰਹਿ ਗਿਆ। ਸਾਰਾ ਦਿਨ ਬੀਤ ਗਿਆ ਪਰ ਦਰਿਆ ਦਾ ਪਾਣੀ ਥੱਲੇ ਨਾ ਉਤਰਿਆ ਅਤੇ ਅਬਦੁੱਲਾ ਦਾ ਫੌਜਾਂ ਨੂੰ ਪਾਰ ਲੰਘਾਉਣ ਦਾ ਹੌਸਲਾ ਨਾ ਪਿਆ। ਜਦ ਸ਼ਾਮ ਹੋਈ ਤਾਂ ਭਾਈ ਪਾਰੋ ਦਰਿਆ ਪਾਰ ਕਰਕੇ ਵਾਪਸ ਫਿਰ ਉੱਥੇ ਪਹੁੰਚ ਗਿਆ ਜਿੱਥੇ ਅਬਦੁੱਲਾ ਆਪਣੀ ਫੌਜ ਨਾਲ ਬੈਠਾ ਇੰਤਜ਼ਾਰ ਕਰ ਰਿਹਾ ਸੀ। ਜਦ ਹਾਕਮ ਅਬਦੁੱਲਾ ਨੇ ਭਾਈ ਪਾਰੋ ਨੂੰ ਵਾਪਸ ਆਉਂਦਿਆਂ ਵੇਖਿਆ ਤਾਂ ਉਸ ਨੂੰ ਆਪਣੇ ਪਾਸ ਬੁਲਾਇਆ। ਤੇਰਾ ਮੁਰਸ਼ਿਦ ਕੌਣ ਹੈ ਜਿਸ ਦਾ ਨਾਮ ਲੈ ਕੇ ਦਰਿਆ ਦੇ ਹੜ੍ਹ ਨੂੰ ਨਜ਼ਰ ਅੰਦਾਜ਼ ਕਰਦਾ ਹੋਇਆ ਦਰਿਆ ਪਾਰ ਕਰ ਗਿਆ ਅਤੇ ਫਿਰ 9 ਵਾਪਸ ਆ ਗਿਆ ਹੈ। ਤੇਰੇ ਮਨ ਵਿੱਚ ਕੋਈ ਖੌਫ ਜਾਂ ਭੈ ਨਹੀਂ ਆਇਆ? ਭਾਈ ਪਾਰੋ ਨੇ ਉੱਤਰ ਦਿੱਤਾ, ਮੇਰੇ ਮੁਰਸ਼ਿਦ ਮੇਰੇ ਪਾਤਸ਼ਾਹ ਗੁਰੂ ਅਮਰਦਾਸ ਜੀ ਹਨ। ਉਹ ਗੁਰੂ ਨਾਨਕ ਦੇਵ ਜੀ ਦੀ ਗੱਦੀ ਉੱਤੇ ਬਿਰਾਜਮਾਨ ਹਨ। ਮੈਂ ਮੀਂਹ ਹੋਵੇ ਹਨੇਰੀ ਹੋਵੇ ਰੋਜ਼ ਉਹਨਾਂ ਦੇ ਦਰਸ਼ਨਾਂ ਨੂੰ ਜਾਂਦਾ ਹਾਂ। ਉਹਨਾਂ ਦਾ ਧਿਆਨ ਧਾਰਨ ਨਾਲ ਸਭ ਡਰ ਖੌਫ ਦੂਰ ਹੋ ਜਾਂਦੇ ਹਨ। ਉਹਨਾਂ ਦੀ ਬਾਣੀ ਦਾ ਪਾਠ ਕਰਦਿਆਂ ਮੈਨੂੰ ਪਤਾ ਹੀ ਨਹੀਂ ਲੱਗਦਾ ਕਿ ਕਿਹੜੇ ਵੇਲੇ ਮੈਂ ਦਰਿਆ ਪਾਰ ਕਰ ਜਾਂਦਾ ਹਾਂ। ਹਾਕਮ ਅਬਦੁੱਲਾ ਵਿੱਚੋਂ ਹਾਕਮੀ ਜਾਂਦੀ ਰਹੀ ਅਤੇ ਉਹ ਬੜੀ ਨਿਮਰਤਾ ਨਾਲ ਬੋਲਿਆ ਕਿ ਮੈਂ ਤੁਹਾਡੇ ਗੁਰੂ ਦੇ ਦਰਸ਼ਨ ਕਰ ਸਕਦਾ ਹਾਂ। ਭਾਈ ਪਾਰੋ ਨੇ ਕਿਹਾ ਕਿ ਉਹ ਇਸ ਹਾਲਤ ਵਿੱਚ ਉਹਨਾਂ ਨੂੰ ਨਹੀਂ ਮਿਲ ਸਕਦੇ। ਪਹਿਲਾਂ ਉਹਨਾਂ ਨੂੰ ਫੌਜ ਦਾ ਤਿਆਗ ਕਰਨਾ ਪਵੇਗਾ, ਫਿਰ ਉਹ ਇਕੱਲੇ ਹੀ ਗੁਰੂ ਸਾਹਿਬ ਦੇ ਦਰਸ਼ਨ ਕਰ ਸਕਣਗੇ। ਅਬਦੁੱਲੇ ਨੇ ਉਸੇ ਵੇਲੇ ਆਪਣੀ ਫੌਜ ਦੀ ਕਮਾਂਡ ਆਪਣੇ ਪੁੱਤਰ ਨੂੰ ਸੌਂਪ ਦਿੱਤੀ ਅਤੇ ਆਪ ਇੱਕ ਘੋੜੇ ਤੇ ਚੜ੍ਹ ਕੇ ਭਾਈ ਪਾਰੋ ਵਾਂਗ ਬੇਖੌਫ ਹੋ ਦਰਿਆ ਵਿੱਚ ਠਿਲ ਪਿਆ। ਭਾਈ ਪਾਰੋ ਦੇ ਨਾਲ ਆ ਕੇ ਉਸ ਗੁਰੂ ਸਾਹਿਬ ਦੇ ਦਰਸ਼ਨ ਕੀਤੇ। ਦਰਸ਼ਨ ਕਰਕੇ ਇਤਨਾ ਨਿਹਾਲ ਹੋਇਆ ਕਿ ਗੁਰੂ ਦਾ ਹੀ ਹੋ ਕੇ ਰਹਿ ਗਿਆ। ਗੋਇੰਦਵਾਲ ਰਹਿ ਕੇ ਗੁਰੂ ਦੀ ਸੇਵਾ ਵਿੱਚ ਰੁੱਝ ਗਿਆ। ਹਰ ਵੇਲੇ ਅੱਲਾ ਅੱਲਾ ਕਰਦਾ ਰਹਿੰਦਾ। ਉਸ ਦਾ ਅੱਲਾ ਨਾਲ ਇੰਨਾ ਪਿਆਰ ਵੇਖ ਕੇ ਲੋਕਾਂ ਨੇ ਉਸ ਦਾ ਨਾਂ ਹੀ ਅੱਲਾ ਯਾਰ ਰੱਖ ਦਿੱਤਾ। ਗੁਰੂ ਜੀ ਨੇ ਬਾਅਦ ਵਿੱਚ ਅੱਲਾ ਯਾਰ ਨੂੰ ਇੱਕ ਮੰਜੀ ਦੀ ਵੀ ਬਖਸ਼ਿਸ਼ ਕੀਤੀ। ਭਾਈ ਪਾਰੋ ਦੀ ਕਰਨੀ ਵੇਖ ਕੇ ਗੁਰੂ ਜੀ ਨੇ ਉਸ ਨੂੰ ਪਰਮਹੰਸ ਦੀ ਪਦਵੀ ਬਖਸ਼ੀ। ਜੈਸੀ ਕਰਨੀ ਵੈਸੀ ਭਰਨੀ। ਕੁਝ ਸਮੇਂ ਵਿੱਚ ਹੀ ਗੋਇੰਦਵਾਲ ਸਾਹਿਬ ਇੱਕ ਕਾਫੀ ਵੱਡਾ ਸ਼ਹਿਰ ਬਣ ਗਿਆ ਸੀ। ਇੱਥੇ ਹਰ ਜਾਤ ਬਰਾਦਰੀ ਦੇ ਲੋਕ ਆ ਕੇ ਵਸ ਗਏ ਸਨ। ਪਰ ਖੋਜੇ ਬਰਾਦਰੀ ਦੇ ਲੋਕ ਕੁਝ ਜ਼ਿਆਦਾ ਹੀ ਆ ਵਸੇ ਸਨ। ਇਹ ਲੋਕ ਸਖੀ ਸਰਵਰ ਨੂੰ ਮੰਨਦੇ ਸਨ ਅਤੇ ਉਸ ਸਮੇਂ ਇਸ ਇਲਾਕੇ ਦੇ ਆਪ ਪਿੰਡਾਂ ਵਿੱਚ ਸਖੀ ਸਰਵਰੀਆਂ ਦੀ ਜ਼ਿਆਦਾ ਗਿਣਤੀ ਸੀ। ਨਵਾਂ ਸ਼ਹਿਰ ਵਸਣ ਕਰਕੇ ਅਤੇ ਵਪਾਰ ਦੀਆਂ ਨਵੀਆਂ ਸੰਭਾਵਨਾਵਾਂ ਨੂੰ ਮੁੱਖ ਰੱਖ ਕੇ ਇਹ ਲੋਕ ਗੋਇੰਦਵਾਲ ਵਿੱਚ ਆ ਵਸੇ ਸਨ। ਜਦ ਇਹਨਾਂ ਖੋਜੀਆਂ ਵੇਖਿਆ ਕਿ ਕੁਝ ਮੁਸਲਮਾਨ ਵੀ ਸਿੱਖੀ ਤੋਂ ਪ੍ਰੇਰਿਤ ਹੋ ਰਹੇ ਸਨ ਤਾਂ ਇਹਨਾਂ ਨੇ ਗੁਰੂ ਦੇ ਸਿੱਖਾਂ ਨੂੰ ਤੰਗ ਕਰਨਾ ਆਰੰਭ ਕਰ ਦਿੱਤਾ। ਉਹ ਇਸ ਤੱਥ ਤੋਂ ਭਲੀ ਭਾਂਤ ਜਾਣੂ ਸਨ ਕਿ ਗੋਇੰਦਵਾਲ ਨੂੰ ਗੁਰੂ ਅਮਰਦਾਸ ਨੇ ਹੀ ਵਸਾਇਆ ਹੈ, ਪਰ ਫਿਰ ਵੀ ਉਹ ਆਪਣਾ ਦਬਦਬਾ ਰੱਖਣਾ ਚਾਹੁੰਦੇ ਸਨ। ਜਦ ਸਿੱਖਾਂ ਦੀਆਂ ਇਸਤਰੀਆਂ ਖੂਹ ਉੱਤੇ ਪਾਣੀ ਭਰਨ ਜਾਂਦੀਆਂ ਤਾਂ ਇਹ ਗੁਲੇਲਾ ਮਾਰ ਕੇ ਉਹਨਾਂ ਦੇ ਘੜੇ ਭੰਨ ਦਿੰਦੇ। ਸਿੱਖਾਂ ਨੇ ਜਦ ਗੁਰੂ ਸਾਹਿਬ ਪਾਸ ਸ਼ਿਕਾਇਤ ਕੀਤੀ ਤਾਂ ਗੁਰੂ ਜੀ ਨੇ ਮਸ਼ਕਾਂ ਲਿਆਉਣ ਲਈ ਕਿਹਾ। ਜਦ ਸਿੱਖ ਮਸ਼ਕਾਂ ਨਾਲ ਪਾਣੀ ਭਰਨ ਲੱਗੇ ਤਾਂ ਇਹ ਕਾਨੀਆਂ ਜਾਂ ਤੀਰ ਮਾਰ ਕੇ ਮਸ਼ਕਾਂ ਵਿੱਚ ਮੋਰੀ ਕਰ ਦਿੰਦੇ।
ਇਸ ਤਰ੍ਹਾਂ ਇਹ ਖੋਜੇ ਹੋਰ ਪੁੱਤਰ ਗਏ। ਜਦ ਸਿੱਖਾਂ ਇਨ੍ਹਾਂ ਨਾਲ ਟੱਕਰ ਲੈਣ ਬਾਰੇ ਗੁਰੂ ਜੀ ਤੋਂ ਆਗਿਆ ਮੰਗੀ, ਤਾਂ ਗੁਰੂ ਜੀ ਨੇ ਉਹਨਾਂ ਨੂੰ ਰੋਕ ਦਿੱਤਾ ਤੇ ਕਿਹਾ ਕਿ ਉਹ ਸਾਡੇ ਨਗਰ ਵਾਸੀ ਹਨ, ਸਾਨੂੰ ਕਿਸੇ ਨਾਲ ਲੜਨ ਦੀ ਲੋੜ ਨਹੀਂ। ਗੁਰੂ ਜੀ ਨੇ ਹਿਦਾਇਤ ਕਰ ਦਿੱਤੀ ਕਿ ਪਿੱਤਲ ਦੀਆਂ ਗਾਗਰਾਂ ਮੰਗਵਾ ਲਈਆਂ ਜਾਣ। ਜਦ ਸਿੱਖ ਗਾਗਰਾਂ ਵਿੱਚ ਪਾਣੀ ਲਿਆਉਣ ਲੱਗੇ, ਤਾਂ ਇਹ ਵੱਟੇ ਮਾਰ ਕੇ ਗਾਗਰਾਂ ਚਿੱਬੀਆਂ ਕਰ ਦਿੰਦੇ। ਸਿੱਖ ਤੰਗ ਹੋ ਕੇ ਫਿਰ ਜਦ ਗੁਰੂ ਜੀ ਪਾਸ ਸ਼ਿਕਾਇਤ ਕਰਦੇ, ਤਾਂ ਗੁਰੂ ਜੀ ਉਹਨਾਂ ਨੂੰ ਸ਼ਾਂਤ ਰਹਿਣ ਲਈ ਕਹਿੰਦੇ। ਕਈ ਵਾਰ ਉਹ ਇਹ ਵੀ ਕਹਿ ਦਿੰਦੇ, ਜੈਸਾ ਕੋਈ ਕਰੇਗਾ ਵੈਸਾ ਹੀ ਭਰੇਗਾ। ਕਰਨੀ ਵਾਹਿਗੁਰੂ ਦੀ ਐਸੀ ਹੋਈ ਕਿ ਇੱਕ ਸੰਨਿਆਸੀਆਂ ਦੀ ਟੋਲੀ ਗੋਇੰਦਵਾਲ ਆ ਗਈ। ਖੋਜੀਆਂ ਨੇ ਉਹਨਾਂ ਨਾਲ ਵੀ ਛੇੜਖਾਨੀ ਕੀਤੀ। ਸੰਨਿਆਸੀਆਂ ਦੀ ਗਿਣਤੀ ਕਾਫੀ ਸੀ। ਉਹਨਾਂ ਨੇ ਆਪਣੇ ਡੰਡੇ ਕੱਢ ਲਏ ਤੇ ਖੋਜੀਆਂ ਨੂੰ ਇੰਨਾ ਕੁੱਟਿਆ ਕਿ ਕੁਝ ਦੇ ਲੱਤਾਂ, ਗੋਡੇ ਟੁੱਟ ਗਏ ਤੇ ਕਈ ਆਪਣੀ ਜਾਨ ਹੀ ਗਵਾ ਬੈਠੇ। ਨਗਰ ਵਿੱਚ ਬਿਲਕੁਲ ਸ਼ਾਂਤੀ ਹੋ ਗਈ, ਪਰ ਖੋਜੇ ਕੁਝ ਸਮੇਂ ਬਾਅਦ ਫਿਰ ਇਲਤਾ ਕਰਨ ਲੱਗੇ। ਉਨ੍ਹਾਂ ਦਿਨਾਂ ਵਿੱਚ ਲਾਹੌਰ ਤੋਂ ਸ਼ਾਹੀ ਖਜ਼ਾਨਾ ਖੱਚਰਾਂ ਰਾਹੀਂ ਦਿੱਲੀ ਜਾ ਰਿਹਾ ਸੀ। ਰਾਤ ਨੂੰ ਖਜ਼ਾਨੇ ਦੇ ਰਖਵਾਲਿਆਂ ਨੇ ਗੋਇੰਦਵਾਲ ਠਹਿਰਨਾ ਹੀ ਯੋਗ ਸਮਝਿਆ, ਇਸ ਲਈ ਇੱਥੇ ਹੀ ਉਹ ਇੱਕ ਸਰਾਂ ਵਿੱਚ ਠਹਿਰ ਗਏ। ਸ਼ਾਮ ਨੂੰ ਬਹੁਤ ਜ਼ੋਰ ਦੀ ਹਨੇਰੀ ਅਤੇ ਝੱਖੜ ਆਇਆ, ਜਿਸ ਕਰਕੇ ਉਨ੍ਹਾਂ ਦੀ ਖਜ਼ਾਨੇ ਨਾਲ ਲੱਦੀ ਲਦਾਈ ਇੱਕ ਖੱਚਰ ਗੁੰਮ ਹੋ ਗਈ। ਜਦ ਸਵੇਰੇ ਉੱਠ ਕੇ ਉਹਨਾਂ ਖੱਚਰਾਂ ਦੀ ਗਿਣਤੀ ਕੀਤੀ, ਤਾਂ ਇੱਕ ਖੱਚਰ ਘੱਟ ਸੀ। ਸ਼ਾਹੀ ਖਜ਼ਾਨੇ ਦੇ ਇੰਚਾਰਜ ਨੂੰ ਫਿਕਰ ਪੈ ਗਈ। ਉਸਨੇ ਆਪਣੇ ਸਿਪਾਹੀ ਨਗਰ ਦੇ 4 ਚੁਫੇਰੇ ਦੌੜਾਏ, ਪਰ ਕੋਈ ਪਤਾ ਨਾ ਲੱਗਾ। ਅੰਤ ਵਿੱਚ ਕੁਝ ਸਮੇਂ ਬਾਅਦ ਗੁੰਮ ਹੋਈ ਖੱਚਰ ਆਪਣੇ ਆਪ ਹੀ ਹਿਣਕ ਪਈ। ਖੱਚਰ ਦੀ ਹਿਣਕ ਸੁਣ ਕੇ ਸਿਪਾਹੀ ਉਸ ਪਾਸੇ ਵੱਲ ਭੱਜੇ। ਅਖੀਰ ਖੋਜੀਆਂ ਦੇ ਇੱਕ ਘਰ ਵਿੱਚੋਂ ਉਹਨਾਂ ਨੂੰ ਖੱਚਰ ਮਿਲ ਗਈ। ਖਜ਼ਾਨੇ ਦੇ ਇੰਚਾਰਜ ਨੇ ਸਾਰੇ ਖੱਜਿਆਂ ਨੂੰ ਬੁਲਾ ਲਿਆ। ਉਨ੍ਹਾਂ ਨੇ ਕੁਝ ਨੂੰ ਤਾਂ ਉੱਥੇ ਹੀ ਮਾਰ ਦਿੱਤਾ ਤੇ ਬਾਕੀਆਂ ਨੂੰ ਬੰਨ੍ਹ ਕੇ ਦਿੱਲੀ ਲੈ ਗਏ। ਜਿਹੜੇ ਖੋਜੇ ਗੋਇੰਦਵਾਲ ਵਿੱਚ ਬਚੇ, ਉਹ ਨਗਰ ਛੱਡ ਕੇ ਚਲੇ ਗਏ। ਇਸ ਤਰ੍ਹਾਂ ਸ਼ਹਿਰ ਵਿੱਚੋਂ ਖੋਜਿਆਂ ਦਾ ਸਫਾਇਆ ਹੋ ਗਿਆ ਤੇ ਗੁਰੂ ਜੀ ਵੱਲੋਂ ਕਿਹਾ ਕਥਨ ਕਿ ਜੈਸੀ ਕਰਨੀ ਵੈਸੀ ਭਰਨੀ ਪੂਰਾ ਹੋਇਆ। ਭਾਈ ਦਾਸੂ ਤੇ ਦਾਤੂ ਦੀ ਵਿਰੋਧਤਾ। ਤਿਲਕ ਲੱਗਣ ਤੋਂ ਮਗਰੋਂ ਸਤਿਗੁਰਾਂ ਦੇ ਹੁਕਮ ਨਾਲ ਸਾਰੀ ਸੰਗਤ ਨੇ ਗੁਰੂ ਅਮਰਦਾਸ ਜੀ ਅੱਗੇ ਮੱਥਾ ਟੇਕਿਆ। ਗੁਰੂ ਅੰਗਦ ਦੇਵ ਜੀ ਦੇ ਦੋਵੇਂ ਸਾਹਿਬਜ਼ਾਦੇ ਵੀ ਦੀਵਾਨ ਵਿੱਚ ਹਾਜ਼ਰ ਸਨ, ਪਰ ਗੁਰੂ ਜੀ ਦੇ ਉਹਨਾਂ ਵੱਲ ਤੱਕਣ ਤੇ ਵੀ ਉਹ ਆਪਣੀ ਜਗ੍ਹਾ ਤੋਂ ਨਹੀਂ ਉੱਠੇ ਤੇ ਉਹਨਾਂ ਨੇ ਗੁਰੂ ਅਮਰਦਾਸ ਜੀ ਨੂੰ ਮੱਥਾ ਨਹੀਂ ਟੇਕਿਆ। ਗੁਰੂ ਅਮਰਦਾਸ ਜੀ ਨੂੰ ਗੁਰ ਗੱਦੀ ਦੀ ਸੌਂਪਣਾ ਕਰਕੇ ਛੇਤੀ ਹੀ ਮਗਰੋਂ ਸ੍ਰੀ ਗੁਰੂ ਅੰਗਦ ਦੇਵ ਜੀ ਜੋਤੀ ਜੋਤ ਸਮਾ ਗਏ। ਉਹਨਾਂ ਦਾ ਸਾਹਿਬਜ਼ਾਦਿਆਂ ਨਾਲ ਝਗੜਾ ਨਾ ਹੋਵੇ, ਇਸ ਖਿਆਲ ਨਾਲ ਉਹਨਾਂ ਨੇ ਗੁਰੂ ਅਮਰਦਾਸ ਜੀ ਨੂੰ ਗੋਇੰਦਵਾਲ ਜਾ ਕੇ ਰਹਿਣ ਲਈ ਆਗਿਆ ਕੀਤੀ ਸੀ। ਇਸ ਆਗਿਆ ਅਨੁਸਾਰ ਗੁਰੂ ਅਮਰਦਾਸ ਜੀ ਖਡੂਰ ਸਾਹਿਬ ਛੱਡ ਕੇ ਗੋਇੰਦਵਾਲ ਵਿਖੇ ਆ ਟਿਕੇ। ਭਾਈ ਦਾਸੂ ਜੀ ਦਾ ਦੁੱਖ ਨਿਵਾਰਨਾ। ਉਧਰ ਗੁਰੂ ਅੰਗਦ ਦੇਵ ਜੀ ਦੇ ਵੱਡੇ ਸਾਹਿਬਜ਼ਾਦੇ ਦਾਸੂ ਜੀ ਨੇ ਖਡੂਰ ਸਾਹਿਬ ਵਿਖੇ ਗੁਰਿਆਈ ਧਾਰਨ ਕਰ ਲਈ। ਭਾਈਚਾਰੇ ਦੇ ਕੁਝ ਸੁਆਰਥੀ ਲੋਕਾਂ ਨੇ ਉਹਨਾਂ ਨੂੰ ਪੱਗ ਬੰਨ੍ਹੀ ਤੇ ਉਹ ਗੁਰੂ ਬਣ ਕੇ ਆਪਣੀ ਮਾਨਤਾ ਕਰਾਉਣ ਲੱਗੇ। ਉਹ ਉਸੇ ਪ੍ਰਕਾਰ ਦੀਵਾਨ ਲਗਾਉਂਦੇ, ਭੇਟਾ ਲੈਂਦੇ, ਲੋਕਾਂ ਨੂੰ ਉਪਦੇਸ਼ ਦਿੰਦੇ ਤੇ ਵਰ ਬਖਸ਼ਦੇ। ਪਰ ਥੋੜੇ ਸਮੇਂ ਬਾਅਦ ਹੀ ਆਪ ਦਾ ਸਿਰ ਫਿਰ ਗਿਆ ਤੇ ਬੌਰਿਆਂ ਵਾਂਗ ਵਿਹਾਰ ਕਰਨ ਲੱਗੇ। ਬੜੇ ਦਵਾ ਦਾਰੂ ਕੀਤੇ ਗਏ ਪਰ ਸੁਰਤ ਟਿਕਾਣੇ ਨਾ ਆਈ। ਤਦ ਮਾਤਾ ਖੀਵੀ ਜੀ ਨੇ ਉਹਨਾਂ ਨੂੰ ਸਮਝਾਇਆ ਕਿ ਇਹ ਕਸ਼ਟ ਗੁਰੂ ਜੀ ਦੀ ਕੀਤੀ ਉਲੰਘਣਾ ਕਰਨ ਕਰਕੇ ਵਿਆਪਿਆ ਹੈ। ਤੁਸੀਂ ਗੁਰੂ ਅਮਰਦਾਸ ਜੀ ਪਾਸੋਂ ਭੁੱਲ ਬਖਸ਼ਾਵੋ। ਮਾਤਾ ਜੀ ਦੇ ਸਮਝਾਉਣ ਤੇ ਦਾਸੂ ਜੀ ਗੋਇੰਦਵਾਲ ਪਹੁੰਚੇ ਤੇ ਗੁਰੂ ਚਰਨਾਂ ਤੇ ਟੇਕ ਕੇ ਆਪਣੀ ਭੁੱਲ ਬਖਸ਼ਾਈ। ਗੁਰੂ ਜੀ ਪਾਸੋਂ ਅਸੀਸ ਲੈ ਕੇ ਰਾਜ਼ੀ ਹੋ ਕੇ ਦਾਸੂ ਜੀ ਖਡੂਰ ਸਾਹਿਬ ਪਰਤ ਆਏ। ਉਸ ਤੋਂ ਮਗਰੋਂ ਉਹਨਾਂ ਨੇ ਗੁਰ ਗੱਦੀ ਦੀ ਕਦੀ ਚਾਕ ਨਹੀਂ ਕੀਤੀ।